ਹੈਲੋ ਦੋਸਤੋ, ਵੈਲਕਮ ਬੈਕ ਮਾਈ YouTube ਚੈਨਲ ਸਟੱਡੀ IQ ਇਨ ਗਗਨ ਮਹਿਰਾ ਓਫੀਸ਼ੀਅਲ YouTube ਚੈਨਲ 'ਤੇ। ਦੋਸਤੋ, ਅੱਜ ਦੀ ਕਲਾਸ ਦੇ ਵਿੱਚ ਆਪਾਂ ਸਤੰਬਰ ਮੰਥ ਦੇ ਕਰੰਟ ਅਫੇਅਰਸ ਕਵਰ ਕਰਨ ਜਾ ਰਹੇ ਹਾਂ। ਦੋਸਤੋ, ਜੇਕਰ ਤੁਸੀਂ ਇਸ ਕਲਾਸ ਦਾ PDF ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ। ਤਾਂ ਚਲੋ ਦੋਸਤੋ, ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ। ਅੱਜ ਦਾ ਕੁਐਸਚਨ ਨੰਬਰ 1, ਥਾਈਲੈਂਡ ਵਿੱਚ ਭਾਰਤ ਦੇ ਨਵੇਂ ਰਾਜਦੂਤ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਇਸ ਦਾ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਸੀ, ਨਾਗੇਸ਼ ਸਿੰਘ ਨੂੰ। ਤਾਂ ਨਾਗੇਸ਼ ਸਿੰਘ ਨੂੰ ਕੀ ਹੈ? ਤਾਂ ਨਾਗੇਸ਼ ਸਿੰਘ ਨੂੰ ਥਾਈਲੈਂਡ ਦੇ ਭਾਰਤ ਦੇ ਨਵੇਂ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ ਹੈ। ਤਾਂ ਇਸ ਕੁਐਸਚਨ ਦੇ ਆਪਾਂ ਕੁਝ ਇੰਪੋਰਟੈਂਟ ਪੁਆਇੰਟ ਦੇਖ ਲੈਂਦੇ ਹਾਂ। ਤਾਂ ਨਾਗੇਸ਼ ਸਿੰਘ ਨੂੰ ਥਾਈਲੈਂਡ ਵਿੱਚ ਭਾਰਤ ਦੇ ਨਵੇਂ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ ਹੈ। ਤਾਂ ਇਸ ਵਿੱਚ ਗੱਲ ਕੀਤੀ ਗਈ ਹੈ ਥਾਈਲੈਂਡ ਦੀ। ਆਪਾਂ ਥਾਈਲੈਂਡ ਦੇ ਰਿਲੇਟਡ ਕੁਝ ਇੰਪੋਰਟੈਂਟ ਕੁਐਸਚਨ ਕਰ ਲੈਂਦੇ ਹਾਂ। ਤਾਂ ਥਾਈਲੈਂਡ ਹੈ ਜਿਹੜਾ ਉਹ ਏਸ਼ੀਆ ਮਹਾਦੀਪ ਦੇ ਵਿੱਚ ਸਥਿਤ ਹੈ। ਠੀਕ ਹੈ। ਤਾਂ ਥਾਈਲੈਂਡ ਦੀ ਜੇਕਰ ਰਾਜਧਾਨੀ ਦੀ ਗੱਲ ਕਰੀਏ ਤਾਂ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਹੈ। ਥਾਈਲੈਂਡ ਦੀ ਮੁਦਰਾ ਥਾਈ ਬਾਹਤ ਹੈ। ਇਹ ਵੀ ਤੁਸੀਂ ਯਾਦ ਰੱਖਣਾ, ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ। ਮੁਦਰਾ ਦੇ ਰਿਲੇਟਡ ਐਗਜ਼ਾਮ ਦੇ ਵਿੱਚ ਕਾਫੀ ਕੁਐਸਚਨ ਪੁੱਛੇ ਜਾਂਦੇ ਨੇ। ਠੀਕ ਹੈ। ਅੱਗੇ ਗੱਲ ਕਰੀਏ ਤਾਂ ਥਾਈਲੈਂਡ ਦੇ ਪ੍ਰਧਾਨ ਮੰਤਰੀ ਕੌਣ ਨੇ? ਤਾਂ ਪ੍ਰਯੁਤ ਚਾਨ-ਓ-ਚਾ। ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ, ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ, ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ। ਵੱਧਦੇ ਆਪਾਂ ਨੈਕਸਟ ਕੁਐਸਚਨ 'ਤੇ। ਆਪਾਂ ਕੁਝ ਪਿਛਲੇ ਮੰਥ ਦੇ ਕਰੰਟ ਅਫੇਅਰਸ ਵੀ ਕਵਰ ਕਰ ਲਿਆ ਨਾਲ ਦੀ ਨਾਲ। ਤਾਂ ਕ੍ਰਿਸ਼ਨਾ ਮੂਰਤੀ ਸੁਬਰਾਮਨਿਅਮ ਅੰਤਰਰਾਸ਼ਟਰੀ ਮੁਦਰਾ ਫੰਡ ਵਿੱਚ ਭਾਰਤ ਦੇ ਨਵੇਂ ਨਿਰਦੇਸ਼ਕ ਬਣੇ ਹਨ। ਠੀਕ ਹੈ। ਤਾਂ ਕੌਣ ਬਣੇ ਨੇ? ਕ੍ਰਿਸ਼ਨਾ ਮੂਰਤੀ ਸੁਬਰਾਮਨਿਅਮ ਆਹ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਨਵੇਂ ਨਿਰਦੇਸ਼ਕ ਬਣੇ ਨੇ, ਇਹ ਤੁਸੀਂ ਯਾਦ ਰੱਖਣਾ ਹੈ। ਤਾਂ ਨੈਕਸਟ ਦੇਖਦੇ ਹਾਂ ਆਪਾਂ, ਇੰਗਲੈਂਡ ਵਿੱਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਕੌਣ ਬਣੇ ਨੇ? ਤਾਂ ਇੰਗਲੈਂਡ ਦੇ ਵਿੱਚ ਜਿਹੜਾ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਨੇ ਉਹ ਕੌਣ ਬਣੇ ਨੇ? ਉਹ ਬਣੇ ਨੇ ਵਿਕਰਮ ਦੋਰਾਈ ਸਵਾਮੀ। ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਦੇਖਦੇ ਹਾਂ ਨੈਕਸਟ, ਜਰਮਨੀ ਵਿੱਚ ਭਾਰਤੀ ਭਾਈਚਾਰੇ ਦਾ ਪਹਿਲਾ ਨੁਮਾਇੰਦਾ ਕੌਣ ਹੈ? ਤਾਂ ਗੁਰਦੀਪ ਸਿੰਘ ਰੰਧਾਵਾ। ਜਰਮਨੀ ਵਿੱਚ ਭਾਰਤੀ ਭਾਈਚਾਰੇ ਦਾ ਪਹਿਲਾ ਨੁਮਾਇੰਦਾ ਹੈਗਾ ਗੁਰਦੀਪ ਸਿੰਘ ਰੰਧਾਵਾ। ਠੀਕ ਹੈ। ਅੱਗੇ ਦੇਖਦੇ ਹਾਂ ਆਪਾਂ, ਸੰਯੁਕਤ ਰਾਸ਼ਟਰ ਦਾ ਨਵਾਂ ਜਲਵਾਯੂ ਮੁਖੀ ਕੌਣ ਹੈ? ਤਾਂ ਸਾਈਮਨ ਸਟੀਲ। ਨੈਕਸਟ ਦੇਖਦੇ ਹਾਂ, ਭਾਰਤ ਵਿੱਚ ਵਿਸ਼ਵ ਬੈਂਕ ਦਾ ਨਵਾਂ ਮੁਖੀ ਕੌਣ ਹੈ? ਤਾਂ ਅਗਸਤੇ ਟੈਨੋਕੂਮੇ। ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ, ਇਹ ਕਾਫੀ ਇੰਪੋਰਟੈਂਟ ਕੁਐਸਚਨ ਨੇ। ਵੱਧਦੇ ਆਪਾਂ ਨੈਕਸਟ ਕੁਐਸਚਨ 'ਤੇ। ਰਿਲਾਇੰਸ ਇੰਡਸਟਰੀ ਭਾਰਤ ਦਾ ਪਹਿਲਾ ਅਤੇ ਦੁਨੀਆ ਦਾ ਸਭ ਤੋਂ ਵੱਡਾ ਕਾਰਬਨ ਫਾਈਬਰ ਪਲਾਂਟ ਕਿੱਥੇ ਲਗਾਇਆ ਜਾਵੇਗਾ? ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ B, ਹਜ਼ੀਰਾ ਗੁਜਰਾਤ ਦੇ ਵਿੱਚ। ਤਾਂ ਇਸ ਦੇ ਰਿਲੇਟਡ ਆਪਾਂ ਕੁਝ ਇੰਪੋਰਟੈਂਟ ਪੁਆਇੰਟ ਦੇਖ ਲੈਂਦੇ ਹਾਂ। ਤਾਂ ਰਿਲਾਇੰਸ ਇੰਡਸਟਰੀ 20,000 ਮਿਲੀਅਨ ਮੈਟ੍ਰਿਕ ਟਨ ਪ੍ਰਤੀ ਸਾਲ ਦੀ ਸਮਰੱਥਾ ਵਾਲੇ ਕਾਰਬਨ ਫਾਈਬਰ ਪਲਾਂਟ ਰਾਹੀਂ ਮਾਡਿਊਲਰ ਟਾਇਲਰ ਘਰਾਂ ਵਿੱਚ ਵਿੰਡਮਿਲ ਬਲੇਡਾਂ ਸਮੇਤ ਘੱਟ ਕੀਮਤ ਵਾਲੇ ਉੱਚ ਮੰਗ ਵਾਲੇ ਉਤਪਾਦਾਂ ਦਾ ਨਿਰਮਾਣ ਕਰੇਗੀ। ਠੀਕ ਹੈ। ਅੱਗੇ ਦੇਖਦੇ ਹਾਂ ਆਪਾਂ, ਹੁਣ ਇਸ ਦੇ ਵਿੱਚ ਗੱਲ ਕੀਤੀ ਹੈ ਕਾਰਬਨ ਫਾਈਬਰ ਦੀ। ਤਾਂ ਕਾਰਬਨ ਫਾਈਬਰ ਕੀ ਚੀਜ਼ ਹੈ? ਤਾਂ ਜਿਹੜੀ ਕਾਰਬਨ ਫਾਈਬਰ ਹੈ ਇਸ ਨੂੰ ਆਪਾਂ ਗ੍ਰੈਫਾਈਟ ਫਾਈਬਰ ਵੀ ਕਿਹਾ ਜਾਂਦਾ ਹੈ। ਇਹ ਇੱਕ ਮਿਸ਼ਰਤ ਸਮੱਗਰੀ ਹੈ ਜੋ ਕਾਰਬਨ ਫਾਈਬਰਾਂ ਦਾ ਬਣਿਆ ਇੱਕ ਠੋਸ ਫੈਬਰਿਕ ਹੈ ਅਤੇ ਇਹ ਇੱਕ ਸਕੈਪੋਥਾਈਡਰ ਹੈ ਜੋ ਸਟੀਲ ਨਾਲੋਂ ਦੁੱਗਣਾ ਮਜ਼ਬੂਤ ਅਤੇ ਹਲਕਾ ਹੈ, ਜਿਸ ਕਾਰਨ ਇਸ ਵਿੱਚ ਯੂਜ਼ ਕੀਤਾ ਗਿਆ ਹੈ। ਤਾਂ ਇਸ ਦੇ ਵਿੱਚ ਰਿਲਾਇੰਸ ਇੰਡਸਟਰੀ ਲਿਮਟਿਡ ਦੀ ਗੱਲ ਕੀਤੀ ਗਈ ਹੈ। ਤਾਂ ਜਿਹੜਾ ਰਿਲਾਇੰਸ ਇੰਡਸਟਰੀ ਲਿਮਟਿਡ ਹੈ ਉਸਨੂੰ RIL ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਅਤੇ ਐਗਜ਼ਾਮ ਦੇ ਵਿੱਚ ਇਸ ਦੀ ਫੁੱਲ ਫਾਰਮ ਵੀ ਪੁੱਛ ਲਿਆ ਜਾਂਦਾ ਕਿ RIL ਦੀ ਫੁੱਲ ਫਾਰਮ ਕੀ ਹੈ? ਤਾਂ ਆਪਣਾ ਆਨਸਰ ਹੈਗਾ ਰਿਲਾਇੰਸ ਇੰਡਸਟਰੀਜ਼ ਲਿਮਟਿਡ। ਠੀਕ ਹੈ। ਤਾਂ ਅੱਗੇ ਦੇਖਦੇ ਹਾਂ ਆਪਾਂ, ਰਿਲਾਇੰਸ ਇੰਡਸਟਰੀ ਲਿਮਟਿਡ ਦੀ ਜਿਹੜੀ ਸਥਾਪਨਾ ਹੈ ਉਹ ਕਦੋਂ ਕੀਤੀ ਗਈ ਸੀ? ਉਹ 8 ਮਈ 1973 ਨੂੰ ਕੀਤੀ ਗਈ ਸੀ। ਅਤੇ ਇਸ ਦਾ ਹੈੱਡਕੁਆਟਰ ਮੁੰਬਈ ਮਹਾਰਾਸ਼ਟਰ ਦੇ ਵਿੱਚ ਸਥਿਤ ਹੈ। ਅਤੇ ਇਸ ਦੇ ਸੰਸਥਾਪਕ ਕੌਣ ਨੇ? ਤਾਂ ਇਸ ਦੇ ਸੰਸਥਾਪਕ ਨੇ ਧੀਰੂਭਾਈ ਅੰਬਾਨੀ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਅਤੇ ਚੇਅਰਮੈਨ ਅਤੇ MD ਕੌਣ ਨੇ? ਤਾਂ ਉਹ ਨੇ ਮੁਕੇਸ਼ ਅੰਬਾਨੀ। ਚੇਅਰਮੈਨ ਅਤੇ MD, ਇਹ ਵੀ ਤੁਸੀਂ ਯਾਦ ਰੱਖਣਾ, ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ। ਵੱਧਦੇ ਹਾਂ ਆਪਾਂ ਨੈਕਸਟ ਕੁਐਸਚਨ 'ਤੇ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ NCRB ਦੁਆਰਾ ਜਾਰੀ ਕ੍ਰਾਈਮ ਇਨ ਇੰਡੀਆ ਰਿਪੋਰਟ 2021 ਦੇ ਅਨੁਸਾਰ ਭਾਰਤ ਵਿੱਚ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਸ਼ਹਿਰਾਂ ਦੀ ਸੂਚੀ ਵਿੱਚੋਂ ਕਿਹੜਾ ਸ਼ਹਿਰ ਸਿਖਰ 'ਤੇ ਹੈ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ A, ਨਵੀਂ ਦਿੱਲੀ, ਜਿਸ ਦੇ ਵਿੱਚ ਔਰਤਾਂ ਅਸੁਰੱਖਿਅਤ ਮਹਿਸੂਸ ਕਰਦੀਆਂ ਨੇ। ਤਾਂ ਇਸ ਦੇ ਕੁਝ ਮਹੱਤਵਪੂਰਨ ਪੁਆਇੰਟਸ ਦੇਖ ਲੈਂਦੇ ਹਾਂ। ਤਾਂ ਇਸ ਰਿਪੋਰਟ ਦੇ ਅਨੁਸਾਰ ਸਾਲ 2021 ਵਿੱਚ ਦਿੱਲੀ ਵਿੱਚ ਔਰਤਾਂ ਵਿਰੁੱਧ ਅਪਰਾਧ ਦੇ 13,982 ਮਾਮਲੇ ਦਰਜ ਕੀਤੇ ਗਏ ਨੇ, ਜਦੋਂ ਕਿ ਭਾਰਤ ਦੇ ਹੋਰ 19 ਮਹਾਨਗਰਾਂ ਦੇ ਵਿੱਚ ਔਰਤਾਂ ਵਿਰੁੱਧ ਅਪਰਾਧ ਦੇ ਕੁੱਲ ਮਾਮਲੇ 43,414 ਨੇ। ਇਸ ਰਿਪੋਰਟ ਅਨੁਸਾਰ ਖੁਦਕੁਸ਼ੀਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਿੰਨੀ ਹੈ? 7.2% ਵਿੱਚ ਵਾਧਾ ਹੋਇਆ ਹੈ।
ਤੇ ਸਾਲ 2021 ਵਿੱਚ ਭਾਰਤ ਵਿੱਚ ਕੁੱਲ 1,64,033 ਲੋਕਾਂ ਨੇ ਖੁਦਕੁਸ਼ੀ ਕੀਤੀ ਸੀ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਇਹਨਾਂ ਵਿੱਚ ਜਿਹੜੀ ਪੁਰਸ਼ਾਂ ਦੀ ਗਿਣਤੀ ਸੀ ਉਹ 1,18,979 ਸੀ ਅਤੇ ਔਰਤਾਂ ਦੀ ਜਿਹੜੀ ਗਿਣਤੀ ਸੀ ਉਹ 45,026 ਸੀ, ਜਿਸ ਵਿੱਚ ਮਹਾਰਾਸ਼ਟਰ ਸਭ ਤੋਂ ਵੱਧ ਲੋਕਾਂ ਨੇ ਖੁਦਕੁਸ਼ੀ ਕੀਤੀ ਸੀ। ਤਾਂ ਸਭ ਤੋਂ 3 ਜਿਹੜੇ ਪ੍ਰਮੁੱਖ ਸ਼ਹਿਰ ਨੇ ਉਹ ਕਿਹੜੇ ਜਿਸ ਵਿੱਚ ਔਰਤਾਂ ਅਸੁਰੱਖਿਅਤ ਹਨ। ਤਾਂ ਪਹਿਲੇ ਨੰਬਰ 'ਤੇ ਆ ਗਿਆ ਨਵੀਂ ਦਿੱਲੀ, ਤੇ ਸੈਕਿੰਡ ਨੰਬਰ 'ਤੇ ਮੁੰਬਈ ਐਂਡ ਥਰਡ ਨੰਬਰ 'ਤੇ ਬੈਂਗਲੋਰ। ਇਹਨਾਂ 3 ਸ਼ਹਿਰਾਂ ਦੇ ਵਿੱਚ ਔਰਤਾਂ ਅਸੁਰੱਖਿਅਤ ਹਨ। ਇਹ ਤੁਸੀਂ ਯਾਦ ਰੱਖਣਾ ਹੈ। ਦੇਖਦੇ ਆਪਾਂ ਕੁਐਸਚਨ ਨੰਬਰ 4। ਅਫਰੀਕੀ ਮੂਲ ਦੇ ਲੋਕਾਂ ਲਈ ਅੰਤਰਰਾਸ਼ਟਰੀ ਦਿਵਸ 2022 ਕਦੋਂ ਮਨਾਇਆ ਗਿਆ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਡੀ, 31 ਅਗਸਤ ਨੂੰ। ਤਾਂ ਜਿਹੜਾ ਅੰਤਰਰਾਸ਼ਟਰੀ ਦਿਵਸ ਹੈ ਉਹ 31 ਅਗਸਤ ਨੂੰ ਮਨਾਇਆ ਗਿਆ ਸੀ। ਤਾਂ ਇੰਪੋਰਟੈਂਟ ਪੁਆਇੰਟ ਦੇਖ ਲੈਂਦੇ ਹਾਂ। ਸੰਯੁਕਤ ਰਾਸ਼ਟਰ ਮਹਾਸਭਾ ਨੇ ਦਸੰਬਰ 2020 ਵਿੱਚ ਅਫਰੀਕੀ ਮੂਲ ਦੇ ਲੋਕਾਂ ਲਈ ਅੰਤਰਰਾਸ਼ਟਰੀ ਦਿਵਸ ਸਥਾਪਿਤ ਕਰਨ ਦਾ ਮਤਾ ਪਾਸ ਕੀਤਾ ਹੈ, ਠੀਕ ਹੈ, 31 ਅਗਸਤ ਨੂੰ। ਤੇ ਇਸ ਦਾ ਉਦੇਸ਼ ਕੀ ਸੀ ਇਸ ਦਿਵਸ ਨੂੰ ਮਨਾਉਣ ਦਾ? ਤਾਂ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਵਿਸ਼ਵ ਵਿੱਚ ਅਫਰੀਕੀ ਡਾਇਸਪੋਰਾ ਦੇ ਅਸਾਧਾਰਨ ਯੋਗਦਾਨ ਨੂੰ ਉਤਸ਼ਾਹਿਤ ਕਰਨਾ ਅਤੇ ਅਫਰੀਕੀ ਮੂਲ ਦੇ ਲੋਕਾਂ ਦੇ ਵਿਰੁੱਧ ਹਰ ਤਰ੍ਹਾਂ ਦੇ ਵਿਤਕਰੇ ਨੂੰ ਖਤਮ ਕਰਨਾ ਹੈ। ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ। ਤਾਂ ਪਿਛਲੇ ਮੰਥ ਦੇ ਆਪਾਂ ਟੌਪ 5 ਕੁਐਸਚਨਸ ਕਵਰ ਕਰ ਲੈਂਦੇ ਹਾਂ, ਨਾਲੇ ਉਹਨਾਂ ਦੀ ਰਿਵੀਜ਼ਨ ਹੋ ਜਾਵੇਗੀ ਇੱਕ ਵਾਰ, ਠੀਕ ਹੈ। ਤਾਂ ਦੇਖਦੇ ਹਾਂ ਜਿਹੜਾ ਰਾਸ਼ਟਰੀ ਸੁਰੱਖਿਆ ਦਿਵਸ 2022 ਹੈ ਉਹ ਕਦੋਂ ਮਨਾਇਆ ਜਾਂਦਾ ਹੈ? ਤਾਂ 4 ਮਾਰਚ ਨੂੰ ਮਨਾਇਆ ਜਾਂਦਾ ਹੈ। ਤੇ ਇਸ ਦੀ ਥੀਮ ਕੀ ਹੈ? ਨੌਜਵਾਨ ਮਨਾਂ ਦਾ ਪਾਲਣ ਪੋਸ਼ਣ ਕਰੋ, ਠੀਕ ਹੈ, ਜਿਹੜੀ ਰਾਸ਼ਟਰੀ ਸੁਰੱਖਿਆ ਦਿਵਸ ਹੈ। ਤੇ ਇਸ ਦਾ ਮਤਲਬ ਹੋ ਗਿਆ ਕਿ ਉਹਨਾਂ ਦੇ ਮਨਾਂ ਦੇ ਵਿੱਚ ਚੰਗੇ ਵਿਚਾਰ ਪੈਦਾ ਕਰਨੇ ਚਾਹੀਦੇ ਨੇ ਆਪਣੇ ਦੇਸ਼ ਦੇ ਪ੍ਰਤੀ, ਠੀਕ ਹੈ। ਨੈਕਸਟ ਦੇਖਦੇ ਹਾਂ ਅੰਤਰਰਾਸ਼ਟਰੀ ਮਹਿਲਾ ਦਿਵਸ 2022 ਕਦੋਂ ਮਨਾਇਆ ਜਾਂਦਾ ਹੈ? ਤਾਂ ਇਹ 8 ਮਾਰਚ ਨੂੰ ਮਨਾਇਆ ਜਾਂਦਾ ਹੈ, ਅੰਤਰਰਾਸ਼ਟਰੀ ਮਹਿਲਾ ਦਿਵਸ। ਨੈਕਸਟ ਦੇਖਦੇ ਹਾਂ ਵਿਸ਼ਵ ਖਪਤਕਾਰ ਅਧਿਕਾਰ ਦਿਵਸ 2022 ਕਦੋਂ ਮਨਾਇਆ ਜਾਂਦਾ ਹੈ? ਤਾਂ ਇਹ ਮਾਰਚ 15 ਨੂੰ ਮਨਾਇਆ ਜਾਂਦਾ ਹੈ, ਵਿਸ਼ਵ ਖਪਤਕਾਰ ਅਧਿਕਾਰ ਦਿਵਸ। ਤੇ ਇਸ ਦੀ ਥੀਮ ਕੀ ਹੈ? ਫੇਅਰ ਡਿਜੀਟਲ ਵਿੱਤ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਦੇਖਦੇ ਹਾਂ ਆਪਾਂ ਨੈਕਸਟ ਅੰਤਰਰਾਸ਼ਟਰੀ ਖੁਸ਼ੀ ਦਿਵਸ 2022 ਕਦੋਂ ਮਨਾਇਆ ਜਾਂਦਾ ਹੈ? ਤਾਂ ਉਹ 20 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦੀ ਥੀਮ ਕੀ ਹੈ ਅੰਤਰਰਾਸ਼ਟਰੀ ਖੁਸ਼ੀ ਦਿਵਸ ਦੀ? ਕਿ ਸ਼ਾਂਤ ਰਹੋ, ਬੁੱਧੀਮਾਨ ਰਹੋ ਅਤੇ ਦਿਆਲੂ ਬਣੋ, ਠੀਕ ਹੈ। ਕਿਸ ਦੀ ਇਹ ਥੀਮ ਹੈ? ਅੰਤਰਰਾਸ਼ਟਰੀ ਖੁਸ਼ੀ ਦਿਵਸ ਦੀ। ਕਦੋਂ ਮਨਾਇਆ ਜਾਂਦਾ ਹੈ? 20 ਮਾਰਚ ਨੂੰ। ਨੈਕਸਟ ਦੇਖਦੇ ਹਾਂ ਵਿਸ਼ਵ ਜਲ ਦਿਵਸ 2022 ਕਦੋਂ ਮਨਾਇਆ ਜਾਂਦਾ ਹੈ? ਤਾਂ ਇਹ 22 ਮਾਰਚ ਨੂੰ ਮਨਾਇਆ ਜਾਂਦਾ ਹੈ, ਵਿਸ਼ਵ ਜਲ ਦਿਵਸ। ਤੇ ਇਸ ਦੀ ਥੀਮ ਕੀ ਹੈ? ਤਾਂ ਇਸ ਦੀ ਥੀਮ ਹੈ ਗਰਾਊਂਡ ਵਾਟਰ ਮੇਕਿੰਗ ਦਾ ਇਨਵਿਜ਼ੀਬਲ ਵਾਟਰ। ਇਹ ਵੀ ਤੁਸੀਂ ਯਾਦ ਰੱਖਣਾ, ਇਹ ਕਾਫੀ ਇੰਪੋਰਟੈਂਟ ਨੇ। ਵਧਦੇ ਆਪਾਂ ਨੈਕਸਟ ਕੁਐਸਚਨ 'ਤੇ। ਟਾਈਮਜ਼ ਗਰੁੱਪ ਦੁਆਰਾ ਪੇਸ਼ ਕੀਤੇ ਗਏ 67ਵੇਂ ਫਿਲਮਵੇਅਰ ਅਵਾਰਡਸ 2021 ਵਿੱਚ ਸਰਵੋਤਮ ਅਦਾਕਾਰ ਦਾ ਖਿਤਾਬ ਕਿਸ ਨੇ ਜਿੱਤਿਆ ਹੈ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਬੀ, ਰਣਵੀਰ ਸਿੰਘ ਨੇ। 67ਵੇਂ ਫਿਲਮਵੇਅਰ ਅਵਾਰਡ 2021 ਦਾ ਖਿਤਾਬ ਹੈ ਜਿਹੜਾ ਉਹ ਰਣਵੀਰ ਸਿੰਘ ਨੇ ਜਿੱਤਿਆ ਹੈ। ਆਪਾਂ ਕੁਝ ਇੰਪੋਰਟੈਂਟ ਪੁਆਇੰਟ ਦੇਖ ਲੈਂਦੇ ਹਾਂ। ਫਿਲਮ 83 ਜਿਹੜੀ ਫਿਲਮ 83 ਆਈ ਸੀ ਉਸ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਉਣ ਵਾਲੇ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨੇ ਟਾਈਮਜ਼ ਗਰੁੱਪ ਦੁਆਰਾ ਪੇਸ਼ ਕੀਤੇ ਗਏ 67ਵੇਂ ਫਿਲਮਫੇਅਰ ਅਵਾਰਡ 2021 ਵਿੱਚ ਸਰਵੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ ਹੈ। ਆਪਾਂ ਕੁਝ ਜਿਹੜੇ ਪੁਰਸਕਾਰ ਜਿੱਤੇ ਨੇ ਹਾਲ ਹੀ ਦੇ ਵਿੱਚ ਉਹ ਵੀ ਕਵਰ ਕਰ ਲੈਂਦੇ ਹਾਂ। ਤਾਂ ਜਿਹੜਾ ਸਰਵੋਤਮ ਫਿਲਮ ਸੀ ਉਹ ਕਿਹੜੀ ਸੀ? ਤਾਂ ਉਹ ਸੀ ਸ਼ੇਰਸ਼ਾਹ। ਤਾਂ ਉਹ ਧਰਮਾ ਪ੍ਰੋਡਕਸ਼ਨ ਦੁਆਰਾ ਬਣਾਈ ਗਈ ਸੀ। ਕਿਹੜੀ ਫਿਲਮ ਸੀ? ਸ਼ੇਰਸ਼ਾਹ। ਤੇ ਸਰਵੋਤਮ ਨਿਰਦੇਸ਼ਕ ਕੌਣ ਸੀ? ਤਾਂ ਉਹ ਸੀ ਵਿਸ਼ਨੂੰ ਵਰਧਨ। ਉਹ ਸ਼ੇਰਸ਼ਾਹ ਫਿਲਮ ਦੀ ਸੀ, ਠੀਕ ਹੈ। ਸਰਵੋਤਮ ਅਦਾਕਾਰ ਕੌਣ ਨੇ? ਤਾਂ ਉਹ ਰਣਵੀਰ ਸਿੰਘ ਨੇ। ਕਿਹੜੀ ਫਿਲਮ ਤੋਂ ਲਏ ਗਏ ਨੇ? ਫਿਲਮ ਨੰਬਰ 83। ਤੇ ਕਿਸ ਦਾ ਕਿਰਦਾਰ ਨਿਭਾਇਆ ਸੀ? ਕਪਿਲ ਦੇਵ ਦਾ, ਠੀਕ ਹੈ। ਕਿਸੇ ਨੇ? ਰਣਵੀਰ ਸਿੰਘ ਨੇ। ਇਹ ਵੀ ਤੁਸੀਂ ਯਾਦ ਰੱਖਣਾ ਸਰਵੋਤਮ ਅਦਾਕਾਰ। ਸਰਵੋਤਮ ਅਭਿਨੇਤਰੀ ਕੌਣ ਸੀ? ਤਾਂ ਉਹ ਕ੍ਰਿਤਿਨ ਸੈਨਨ ਸੀ। ਤੇ ਸਰਵੋਤਮ ਸਹਾਇਕ ਅਦਾਕਾਰ ਕੌਣ ਸੀ? ਉਹ ਸੀ ਪੰਕਜ ਤ੍ਰਿਪਾਠੀ। ਤੇ ਸਰਵੋਤਮ ਸਹਾਇਕ ਅਦਾਕਾਰ ਪੰਕਜ ਤ੍ਰਿਪਾਠੀ ਹੋ ਗਿਆ। ਤੇ ਸਰਵੋਤਮ ਸਹਾਇਕ ਅਭਿਨੇਤਰੀ ਕੌਣ ਸੀ? ਤਾਂ ਉਹ ਸੀ ਸਾਹੀ ਤਮੰਕਰ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਤੇ ਅੱਗੇ ਦੇਖਦੇ ਹਾਂ ਸਰਵੋਤਮ ਗੀਤਕਾਰ ਕੌਣ ਸੀ? ਕੌਸਰ ਮੁਨੀਰ। ਇਹ ਕਿਹੜੀ ਫਿਲਮ ਦੇ ਸੀ? ਫਿਲਮ 83, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਤੇ ਫਿਲਮਫੇਅਰ ਲਾਈਫ ਟਾਈਮ ਅਚੀਵਮੈਂਟ ਅਵਾਰਡ ਇਹ ਕਾਫੀ ਇੰਪੋਰਟੈਂਟ ਹੈ। ਇਹ ਕਾਫੀ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਫਿਲਮਫੇਅਰ ਲਾਈਫ ਟਾਈਮ ਅਚੀਵਮੈਂਟ ਅਵਾਰਡ ਕਿਸ ਨੂੰ ਦਿੱਤਾ ਗਿਆ ਸੀ? ਤਾਂ ਸੁਭਾਸ਼ ਘਾਈ ਨੂੰ ਦਿੱਤਾ ਗਿਆ ਸੀ। ਇਹ ਤੁਸੀਂ ਯਾਦ ਰੱਖਣਾ, ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ। ਦੇਖਦੇ ਆਪਾਂ ਨੈਕਸਟ ਕੁਐਸਚਨ।
ਬਲੂਮਬਰਗ ਬਿਲੀਅਨਰਸ ਇੰਡੀਕੇਸ 2022 ਦੇ ਅਨੁਸਾਰ ਫਰਾਂਸੀਸੀ ਕਾਰੋਬਾਰੀ ਬਰਨਾਰਡ ਅਰਨੌਲਟ ਨੂੰ ਪਛਾੜ ਕੇ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਵਿਅਕਤੀ ਕੌਣ ਬਣ ਗਿਆ ਹੈ। ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਇਹ ਹਾਲ ਹੀ ਦੇ ਵਿੱਚ ਸਭ ਕੁਝ ਹੋਇਆ ਹੈ, ਇਸ ਲਈ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਮਿਸ ਨਾ ਕਰਿਓ ਕਿਉਂਕਿ ਇਸ ਦੇ ਵਿੱਚ ਜਿਹੜਾ ਹਰ ਇੱਕ ਕੁਐਸਚਨ ਹੈ ਉਹ ਹਾਲ ਹੀ ਦੇ ਵਿੱਚ ਘਟੀ ਹੋਈ ਘਟਨਾ ਹੈ। ਤਾਂ ਕਿਉਂਕਿ ਇਹਨਾਂ ਦੇ ਚਾਂਸ ਕਾਫੀ ਰਹਿੰਦੇ ਨੇ ਐਗਜ਼ਾਮ ਦੇ ਵਿੱਚ ਕਰੰਟ ਅਫੇਅਰ ਦੇ ਆਉਣ ਦੇ, ਤਾਂ ਇਸ ਲਈ ਤੁਸੀਂ ਕੋਈ ਵੀ ਕੁਐਸਚਨ ਮਿਸ ਨਾ ਕਰਿਓ। ਤਾਂ ਇਸ ਦਾ ਆਨਸਰ ਕੀ ਰਹੇਗਾ ਕਿ ਬਰਨਾਰਡ ਅਰਨੌਲਟ ਨੂੰ ਪਛਾੜ ਕੇ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਵਿਅਕਤੀ ਕੌਣ ਬਣਿਆ ਹੈ। ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਬੀ, ਗੌਤਮ ਅਡਾਨੀ। ਜਿਹੜੇ ਗੌਤਮ ਅਡਾਨੀ ਨੇ ਉਹ ਅਡਾਨੀ ਗਰੁੱਪ ਦੇ ਨੇ, ਠੀਕ ਹੈ। ਤਾਂ ਇਹ ਭਾਰਤ ਦੇ ਰਹਿਣ ਵਾਲੇ ਨੇ ਅਡਾਨੀ, ਠੀਕ ਹੈ। ਤਾਂ ਇਹਨਾਂ ਨੇ ਕੀ ਕੀਤਾ, ਇਹਨਾਂ ਦੇ ਕੁਝ ਆਪਾਂ ਇੰਪੋਰਟੈਂਟ ਪੁਆਇੰਟ ਦੇਖ ਲੈਂਦੇ ਹਾਂ। ਤਾਂ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਏਸ਼ੀਆ ਦੇ ਕਿਸੇ ਵਿਅਕਤੀ ਨੇ ਬਲੂਮਬਰਗ ਬਿਲੀਅਨਰਸ ਇੰਡੈਕਸ ਦੇ ਸਿਖਰਲੇ 3 ਵਿੱਚ ਸ਼ਾਮਿਲ ਕੀਤਾ ਹੈ। ਜਿਹੜੇ ਗੌਤਮ ਅਡਾਨੀ ਨੇ, ਤਾਂ ਗੌਤਮ ਅਡਾਨੀ ਦੀ ਇਸ ਸਮੇਂ ਕੁੱਲ ਜਾਇਦਾਦ ਕਿੰਨੀ ਹੈ, $137.4 ਬਿਲੀਅਨ, $137.4 ਬਿਲੀਅਨ ਇਹਨਾਂ ਦੀ ਜਿਹੜੀ ਜਾਇਦਾਦ ਹੈ, ਠੀਕ ਹੈ। ਇਸ ਰਿਪੋਰਟ ਅਨੁਸਾਰ ਰਿਲਾਇੰਸ ਦੇ ਮੁਖੀ ਮੁਕੇਸ਼ ਅੰਬਾਨੀ ਦੇ ਕੋਲ ਕਿੰਨਾ, ਉਹ $91.9 ਅਰਬ ਦੀ ਦੌਲਤ ਨਾਲ ਇਹ 11ਵੇਂ ਸਥਾਨ 'ਤੇ, ਠੀਕ ਹੈ। ਅਤੇ ਤੀਸਰੇ ਸਥਾਨ 'ਤੇ ਕੌਣ ਹੈ, ਤਾਂ ਅਡਾਨੀ ਗਰੁੱਪਸ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈ। ਅੱਗੇ ਆਪਾਂ ਚੋਟੀ ਦੇ 3 ਵਿਅਕਤੀ ਦੇਖ ਲੈਂਦੇ ਹਾਂ। ਤਾਂ ਫਸਟ 'ਤੇ ਕੌਣ ਕੌਣ ਨੇ, ਤਾਂ ਫਸਟ ਨੰਬਰ 'ਤੇ ਨੇ ਐਲੋਨ ਮਸਕ, ਇਹਨਾਂ ਦੀ ਆਮਦਨ ਹੈਗੀ ਹੈ $251 ਬਿਲੀਅਨ ਦੇ ਵਿੱਚ, ਠੀਕ ਹੈ। ਅਤੇ ਦੂਜੇ ਨੰਬਰ 'ਤੇ ਜੈਫ ਬੈਜੋਸ, ਕੌਣ ਨੇ, ਉਹ ਐਮਾਜ਼ੋਨ ਦੇ ਨੇ, ਠੀਕ ਹੈ, ਐਮਾਜ਼ੋਨ ਦੇ, ਠੀਕ ਹੈ। ਤਾਂ ਇਹਨਾਂ ਦੀ ਕਿੰਨੀ ਹੈ, $153 ਬਿਲੀਅਨ। ਅਤੇ ਗੌਤਮ ਅਡਾਨੀ ਕੌਣ ਨੇ, ਉਹ ਭਾਰਤ ਦੇ ਨੇ ਅਤੇ ਉਹ $137.4 ਬਿਲੀਅਨ ਦੇ ਨਾਲ ਤੀਸਰੇ ਨੰਬਰ 'ਤੇ ਨੇ। ਇਹ ਤੁਸੀਂ ਯਾਦ ਰੱਖਣਾ ਕਿਉਂਕਿ ਇਹਨਾਂ ਦੇ ਵਿੱਚੋਂ ਕੁਐਸਚਨ ਪੁੱਛਿਆ ਜਾਣਾ। ਵੱਧਦੇ ਆਪਾਂ ਨੈਕਸਟ ਕੁਐਸਚਨ 'ਤੇ। ਕਿਸ ਰਾਜ ਜਾਂ ਯੂਟੀ ਪੁਲਿਸ ਨੇ ਆਮ ਨਾਗਰਿਕ ਦੀ ਮਦਦ ਲਈ JK ਨਾਮ ਦੀ ਮੋਬਾਈਲ ਐਪ ਲਾਂਚ ਕੀਤੀ ਹੈ। ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ, ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਡੀ, ਜੰਮੂ ਕਸ਼ਮੀਰ ਨੇ। ਜੰਮੂ ਕਸ਼ਮੀਰ ਹੈ ਜਿਹੜੀ ECOP ਨਾਮ ਦੀ ਮੋਬਾਈਲ ਐਪ ਲਾਂਚ ਕੀਤੀ ਹੈ, ਠੀਕ ਹੈ। ਇਸ ਦੇ ਆਪਾਂ ਕੁਝ ਇੰਪੋਰਟੈਂਟ ਪੁਆਇੰਟ ਦੇਖ ਲੈਂਦੇ ਹਾਂ। ਤਾਂ ਇਸ ਦੀ ਕੀ ਵਿਸ਼ੇਸ਼ਤਾ ਹੈ ਇਸ ਐਪ ਦੀ, ਤਾਂ ਆਮ ਨਾਗਰਿਕ ਇਸ ਐਪ ਦੀ ਵਰਤੋਂ ਕਰਕੇ ਚਰਿੱਤਰ ਸਰਟੀਫਿਕੇਟ ਪ੍ਰਾਪਤ ਕਰਨ ਜਾਂ ਕਰਮਚਾਰੀ ਤਸਦੀਕ ਵਰਗੀ ਜਾਣਕਾਰੀ ਲੈਣ ਲਈ ਬੇਨਤੀ ਕਰ ਸਕਦੇ ਨੇ, ਠੀਕ ਹੈ। ਇਸ ਐਪ ਰਾਹੀਂ ਨਾਗਰਿਕਾਂ ਨੂੰ ਟ੍ਰੈਫਿਕ ਪੁਲਿਸ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ, ਜਿਸ ਨਾਲ ਔਨਲਾਈਨ ਚਲਾਨ ਭੁਗਤਾਨ ਦੀ ਸਹੂਲਤ ਨਾ ਸਿਰਫ ਗਾਹਕਾਂ ਨੂੰ ਮਦਦ ਕਰੇਗੀ ਬਲਕਿ ਵਿਭਾਗ ਦਾ ਕੰਮ ਦਾ ਬੋਝ ਵੀ ਘਟਾਏਗੀ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਦੇਖਦੇ ਹਾਂ ਨੈਕਸਟ ਕੁਐਸਚਨ। ਆਲ ਇੰਡੀਆ ਰੇਡੀਓ AIR ਦੇ ਨਿਊਜ਼ ਸਰਵਿਸਿਜ਼ ਡਿਵੀਜ਼ਨ ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ। ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ, ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ, ਵਸੁੰਧਰਾ ਗੁਪਤਾ ਨੂੰ, ਠੀਕ ਹੈ। ਤਾਂ ਜਿਹੜੇ ਵਸੁੰਧਰਾ ਗੁਪਤਾ ਨੇ, ਇਸਦੇ ਕੁਝ ਆਪਾਂ ਇੰਪੋਰਟੈਂਟ ਪੁਆਇੰਟ ਦੇਖ ਲੈਂਦੇ ਹਾਂ। ਤਾਂ ਵੈਣੂਦਰ ਰੈਡੀ ਦੀ ਥਾਂ ਵਸੁੰਧਰਾ ਗੁਪਤਾ ਨੂੰ ਆਲ ਇੰਡੀਆ ਰੇਡੀਓ ਦੇ ਨਿਊਜ਼ ਸਰਵਿਸ ਡਿਵੀਜ਼ਨ ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ, ਠੀਕ ਹੈ। ਕਿਸ ਦੀ ਜਗ੍ਹਾ, ਵੈਨੂਤਰ ਰੈਡੀ ਦੀ ਜਗ੍ਹਾ, ਠੀਕ ਹੈ, ਵਸੁੰਧਰਾ ਗੁਪਤਾ ਨੂੰ ਆਲ ਇੰਡੀਆ ਰੇਡੀਓ ਦੇ ਨਿਊਜ਼ ਦਾ ਸਰਵਿਸਿਜ਼ ਡਿਵੀਜ਼ਨ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ, ਠੀਕ ਹੈ। ਆਲ ਇੰਡੀਆ ਰੇਡੀਓ ਦੀ ਗੱਲ ਕਰੀਏ ਤਾਂ ਜਿਹੜਾ ਆਲ ਇੰਡੀਆ ਰੇਡੀਓ ਹੈ ਉਹ AIR ਅਧਿਕਾਰਤ ਤੌਰ 'ਤੇ 1957 ਤੋਂ ਆਲ ਇੰਡੀਆ ਰੇਡੀਓ ਵਜੋਂ ਜਾਣਿਆ ਜਾਂਦਾ ਹੈ। ਭਾਰਤ ਦਾ ਰਾਸ਼ਟਰੀ ਜਨਤਕ ਰੇਡੀਓ ਪ੍ਰਸਾਰਕ ਅਤੇ ਪ੍ਰਸਾਰ ਭਾਰਤ ਇੱਕ ਵਿਭਾਗ ਹੈ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਅਤੇ ਇਸ ਦੀ ਜਿਹੜੀ ਸਥਾਪਨਾ ਸੀ ਉਹ ਕਦੋਂ ਹੋਈ ਸੀ, ਤਾਂ ਇਸ ਦੀ ਸਥਾਪਨਾ 1936 ਨੂੰ ਹੋਈ ਸੀ। ਅਤੇ ਇਸ ਦਾ ਹੈੱਡਕੁਆਟਰ ਕਿੱਥੇ ਹੈ, ਤਾਂ ਇਸ ਦਾ ਹੈੱਡਕੁਆਟਰ ਨਵੀਂ ਦਿੱਲੀ ਦੇ ਵਿੱਚ ਸਥਿਤ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਦੇਖਦੇ ਹਾਂ ਆਪਾਂ ਨੈਕਸਟ ਕੁਐਸਚਨ ਪਰ 9। G20 ਦੇਸ਼ਾਂ ਦੀ ਵਾਤਾਵਰਨ ਅਤੇ ਜਲਵਾਯੂ ਮੰਤਰੀ ਪੱਧਰੀ ਮੀਟਿੰਗ 2022 ਕਿੱਥੇ ਆਯੋਜਿਤ ਕੀਤੀ ਗਈ ਹੈ। ਤਾਂ ਜਿਹੜੀ G20 ਦੇਸ਼ਾਂ ਦੀ ਜਿਹੜੀ ਵਾਤਾਵਰਨ ਜਲਵਾਯੂ ਸੰਬੰਧੀ ਮੀਟਿੰਗ ਸੀ ਉਹ ਕਿੱਥੇ ਕੀਤੀ ਗਈ ਸੀ। ਤਾਂ ਇਸ ਦਾ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਬੀ, ਬਾਲੀ, ਇੰਡੋਨੇਸ਼ੀਆ ਦੇ ਵਿੱਚ ਇਹ ਮੀਟਿੰਗ ਕੀਤੀ ਗਈ ਸੀ। ਆਪਾਂ ਇਸ ਦੇ ਕੁਝ ਇੰਪੋਰਟੈਂਟ ਪੁਆਇੰਟ ਦੇਖ ਲੈਂਦੇ ਹਾਂ। ਤਾਂ ਇਸ ਮੀਟਿੰਗ ਦਾ ਜਿਹੜਾ ਉਦੇਸ਼ ਸੀ ਉਹ 20 ਮੈਂਬਰ ਦੇਸ਼ਾਂ ਅਤੇ ਵਿਸ਼ਵ ਪੱਧਰ ਦੇ ਭੂਮੀ ਦੀ ਗਿਰਾਵਟ ਨੂੰ ਰੋਕਣ ਦੇ ਸਿਧਾਂਤ ਦੀ ਪਾਲਣਾ ਕਰਨ ਲਈ ਮੌਜੂਦਾ ਢਾਂਚੇ ਨੂੰ ਲਾਗੂ ਕਰਨਾ ਸੀ, ਠੀਕ ਹੈ। ਤਾਂ ਭਾਰਤ ਦੇ ਜਿਹੜੇ ਚੇਅਰਮੈਨ ਨੇ ਉਹ ਕੌਣ ਨੇ, ਇਹ ਵੀ ਤੁਸੀਂ ਯਾਦ ਰੱਖਣਾ ਹੈ, ਭੁਪੇਂਦਰ ਯਾਦਵ। ਇਹ ਕੇਂਦਰੀ ਵਾਤਾਵਰਨ ਮੰਤਰੀ ਨੇ, ਠੀਕ ਹੈ, ਭੁਪੇਂਦਰ ਯਾਦਵ। ਤਾਂ ਇਸ ਦੇ ਵਿੱਚ ਗੱਲ ਕੀਤੀ ਗਈ ਹੈ G20 ਦੀ। ਆਪਾਂ G20 ਬਾਰੇ ਕੁਝ ਕੁਐਸਚਨ ਦੇਖ ਲੈਂਦੇ ਹਾਂ। ਤਾਂ ਜਿਹੜਾ G20 ਉਹ 19 ਦੇਸ਼ਾਂ ਅਤੇ ਯੂਰਪੀਅਨ ਯੂਨੀਅਨ ਦਾ ਸਮੂਹ ਹੈ, ਠੀਕ ਹੈ। ਜਿਹੜੀ ਇਸ ਦੀ ਸਥਾਪਨਾ ਸੀ ਉਹ 26 ਸਤੰਬਰ 1999 ਨੂੰ ਕੀਤੀ ਗਈ ਸੀ, ਠੀਕ ਹੈ। ਜਿਹੜਾ ਇਹ G20 ਇਹ ਭਾਰਤ ਦਾ ਇੱਕ ਹਿੱਸਾ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਅੱਗੇ ਦੇਖਦੇ ਹਾਂ ਆਪਾਂ ਜਿਹੜਾ ਪਹਿਲਾ G20 ਸਿਖਰ ਸੰਮੇਲਨ ਸੀ ਉਹ ਕਿੱਥੇ ਹੋਇਆ ਸੀ, ਤਾਂ ਉਹ ਅਮਰੀਕਾ ਦੇ ਵਿੱਚ ਹੋਇਆ ਸੀ 2008 ਦੇ ਵਿੱਚ। ਇਹ ਵੀ ਤੁਸੀਂ ਯਾਦ ਰੱਖਣਾ ਹੈ।
ਜਿਹੜਾ 16ਵਾਂ G20 ਸਿਖਰ ਸੰਮੇਲਨ ਸੀ ਉਹ ਕਦੋਂ ਹੋਇਆ ਸੀ? ਤਾਂ ਉਹ 2021 ਦੇ ਵਿੱਚ ਇਟਲੀ ਦੇ ਵਿੱਚ ਹੋਇਆ ਸੀ। ਤੇ ਜਿਹੜਾ 17ਵਾਂ G20 ਸਿਖਰ ਸੰਮੇਲਨ ਸੀ ਉਹ ਇੰਡੋਨੇਸ਼ੀਆ ਦੇ ਵਿੱਚ ਹੋਇਆ ਸੀ। ਤੇ ਜਿਹੜਾ 18ਵਾਂ C20 ਸਿਖਰ ਸੰਮੇਲਨ ਸੀ ਉਹ ਭਾਰਤ ਦੇ ਵਿੱਚ ਹੋਇਆ ਸੀ। ਇਹ ਤੁਸੀਂ ਯਾਦ ਰੱਖਣਾ ਕਿਉਂਕਿ G20 ਦੇ ਰਿਲੇਟਡ ਇਵੇਂ ਦੇ ਕੁਐਸਚਨ ਪੁੱਛੇ ਜਾਂਦੇ ਨੇ। ਠੀਕ ਹੈ, ਦੇਖਦੇ ਹਾਂ ਅੱਜ ਦਾ ਆਪਾਂ ਲਾਸਟ ਕੁਐਸਚਨ। ਕਿਹੜੇ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਘਰ ਬੈਠੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਭਾਰਤ ਦਾ ਪਹਿਲਾ ਵਰਚੁਅਲ ਸਕੂਲ ਸ਼ੁਰੂ ਕੀਤਾ ਹੈ? ਤਾਂ ਇਸ ਦਾ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਏ, ਦਿੱਲੀ ਸਰਕਾਰ ਨੇ। ਤਾਂ ਦਿੱਲੀ ਸਰਕਾਰ ਨੇ ਕੀ ਕੀਤਾ ਹੈ? ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਦੇਸ਼ ਦੇ ਪਹਿਲੇ ਦਿੱਲੀ ਮਾਡਲ ਵਰਚੁਅਲ ਸਕੂਲ ਦੀ ਸ਼ੁਰੂਆਤ ਕੀਤੀ ਹੈ। ਵਿਦਿਆ ਇਸ ਦੇ ਵਿੱਚ ਕੀ ਸੀ? ਵਿਦਿਆਰਥੀਆਂ ਦਾ ਆਨਲਾਈਨ ਮੁਲਾਂਕਣ ਵਰਚੁਅਲ ਸਕੂਲ ਵਿੱਚ ਕੀਤਾ ਜਾਵੇਗਾ। ਇਸ ਵਿੱਚ ਵਿਸ਼ਾਲ ਡਿਜੀਟਲ ਲਾਇਬ੍ਰੇਰੀ ਹੋਵੇਗੀ ਜਿਸ ਵਿੱਚ ਵਿਦਿਆਰਥੀ 24 ਘੰਟੇ ਡਿਜੀਟਲ ਲਾਇਬ੍ਰੇਰੀ ਦੀ ਸਾਰੀ ਸਮੱਗਰੀ ਤੱਕ ਪਹੁੰਚ ਕਰ ਸਕਣਗੇ। ਜਿਹੜਾ ਇਹ ਸਕੂਲਿੰਗ ਪਲੇਟਫਾਰਮ ਹੈ ਇਹ ਵਿਸ਼ਵ ਪ੍ਰਸਿੱਧ ਸੰਸਥਾ ਗੂਗਲ ਅਤੇ ਸਕੂਲ ਨੈੱਟ ਇੰਡੀਆ ਦੁਆਰਾ ਬਣਾਇਆ ਗਿਆ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਐਂਡ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮੱਚ।